तो पिछली क्लास ਦੇ ਵਿੱਚ ਆਪਾਂ ਲੈਕਚਰ ਦੇ ਵਿੱਚ ਦੇਖਿਆ ਸੀਗਾ ਕਿ ਵਰਕਿੰਗ ਡਰਾਇੰਗ ਜਿਹੜੀ ਆਪਾਂ ਕਰ ਰਹੇ ਹਾਂ ਉਹ 'ਚ ਗਰਾਊਂਡ ਫਲੋਰ ਦੀ ਆਪਾਂ ਡਿਮੈਂਸ਼ਨਿੰਗ ਕਿਵੇਂ ਕਰਨੀ ਹੈ ਜਾਂ ਫਿਰ ਆਪਾਂ ਉਹਦਾ ਡੋਰ ਵਿੰਡੋ ਸ਼ਡਿਊਲ ਕਿੱਦਾਂ ਬਣਾਉਣਾ ਹੈ ਤੇ ਕਿਹੜੀ-ਕਿਹੜੀ ਡਿਮੈਂਸ਼ਨਿੰਗ ਉਹਦੇ ਵਿੱਚ ਕਰਨੀ ਹੈ ਤੇ ਡੋਰ ਵਿੰਡੋ ਸ਼ਡਿਊਲ ਦਾ ਨੇਮਿੰਗ ਕਿਸ ਤਰੀਕੇ ਨਾਲ ਕਰਨੀ ਨੋਮਨਕਲੇਚਰ ਕਿਹੜਾ ਦੇਣਾ ਹੈ ਔਰ ਹੋਰ ਅਸੀਂ ਛੋਟੇ-ਮੋਟੇ ਪੁਆਇੰਟਸ ਆਪਾਂ ਦੇਖੇ ਸੀਗੇ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਫਸਟ ਫਲੋਰ ਦੀ ਵਰਕਿੰਗ ਡਰਾਇੰਗ। ਉਹ ਸਿਮਿਲਰ ਹੀ ਹੈਗਾ ਹੈ ਸਾਰਾ ਕੁਛ ਜੋ ਗਰਾਊਂਡ ਫਲੋਰ 'ਚ ਆਪਾਂ ਕੀਤਾ ਹੈ, ਸਾਰੀ ਉੱਦਾਂ ਹੀ ਡਿਮੈਂਸ਼ਨਿੰਗ ਕਰਨੀ ਹੈ, ਉਸੇ ਤਰ੍ਹਾਂ ਹੀ ਡੋਰ ਵਿੰਡੋ ਸ਼ਡਿਊਲ ਦੀ ਨੰਬਰਿੰਗ ਕਰਨੀ ਹੈ, ਉਸੇ ਤਰ੍ਹਾਂ ਹੀ ਕਾਲਮਸ ਜਿੱਥੇ-ਜਿੱਥੇ ਆਉਣੇ ਹੈ ਉਹ ਆਪਾਂ ਦੇਖਣੇ ਆ, ਜਿਹੜੇ ਕੁਛ ਕਾਲਮ ਓਮਿਟ ਹੋ ਸਕਦੇ ਨੇ ਉੱਪਰ ਆ ਕੇ, ਉਹਨਾਂ ਨੂੰ ਆਪਾਂ ਓਮਿਟ ਕਰ ਦੇਣਾ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸਾਰੇ ਕਾਲਮ ਗਰਾਊਂਡ ਫਲੋਰ ਵਾਲੇ ਆ ਉਹ ਉੱਪਰ ਤੱਕ ਜਾਣਗੇ ਤੁਹਾਡੇ, ਠੀਕ ਹੈ। ਉਹਨੂੰ ਦੇਖਣਾ ਦੈਨ ਆਪਾਂ ਉਸੇ ਤਰ੍ਹਾਂ ਗ੍ਰਿਡ ਲਾਈਨ ਲਗਾ ਦੇਣੀ ਹੈ ਔਰ ਆਲਮੋਸਟ ਸੇਮ ਚੀਜ਼ ਹੀ ਹੈ। ਇੱਕ ਜਗ੍ਹਾ ਤੇ ਚੇਂਜ ਆਉਂਦਾ ਹੈ ਉਹ ਹੈਗਾ ਹੈ ਸਟੇਅਰਕੇਸ, ਠੀਕ ਹੈ। ਸਟੇਅਰਕੇਸ 'ਚ ਆਪਾਂ ਦੇਖੀਏ ਧਿਆਨ ਨਾਲ ਗਰਾਊਂਡ ਫਲੋਰ 'ਚ ਆਪਾਂ ਦੇਖੀਏ ਤੇ ਜਿਵੇਂ ਆਪਾਂ BC ਸ਼ੀਟ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਆਪਾਂ ਉਹਦੀ ਨੰਬਰਿੰਗ ਕਰਦੇ ਹਾਂ, ਠੀਕ ਹੈ। ਆਪਾਂ ਇਹਨੂੰ ਲੈਫਟ ਟੈਬ 'ਚ ਦੇਖਦੇ ਹਾਂ। ਸੋ ਜਿੱਥੇ ਵੀ ਤੁਹਾਡੀ ਸਟੇਅਰਕੇਸ ਸਟਾਰਟ ਹੁੰਦੀ ਹੈ ਉੱਥੇ ਆਪਾਂ ਇੱਕ ਨੰਬਰਿੰਗ ਕਰਦੇ ਹਾਂ ਸਟੈਪਸ ਦੀ, ਠੀਕ ਹੈ। ਉਹ ਡਿਪੈਂਡ ਕਰਦਾ ਕਿ ਕਿਹੜਾ ਸਟੈਪ ਹੈਗਾ ਜਾਂ ਕਿੰਨੇ ਰਾਈਜ਼ਰ ਆ ਰਹੇ ਨੇ। ਸੋ ਦਿਸ ਇਜ਼ ਫॉर एग्जांपल ਦਿਸ ਇਜ਼ ਫਸਟ ਰਾਈਜ਼ਰ, ਆਪਾਂ ਇਹਨੂੰ 1 ਨੰਬਰ ਦੇ ਦਿੱਤਾ, ਠੀਕ ਹੈ। ਦੈਨ ਸੈਕੰਡ, ਥਰਡ, ਸੋ ਇਸ ਤਰ੍ਹਾਂ ਆਪਾਂ ਨੰਬਰ ਆਫ ਸਟੈਪਸ ਆਪਣੇ ਕਾਊਂਟ ਕਰਕੇ ਐਂਡ ਤੱਕ ਲੈ ਜਾਣੇ ਆ ਜਿੱਥੇ ਤੱਕ ਟੌਪ ਫਲੋਰ ਤੱਕ ਆਪਾਂ ਜਾ ਰਹੇ ਹਾਂ, ਠੀਕ ਹੈ। ਔਰ ਗਰਾਊਂਡ ਫਲੋਰ ਦੇ ਵਿੱਚ ਸਟੇਅਰਕੇਸ ਹੈ ਜਿਹੜੇ ਆਫਟਰ ਇੱਕ ਲੈਵਲ ਤੋਂ ਬਾਅਦ ਸਰਟਨ ਲੈਵਲ ਤੋਂ ਬਾਅਦ ਸੇ 8th 9th ਜਾਂ 10th ਸਟੈਪ ਤੋਂ ਬਾਅਦ ਉਹ ਡੋਟਡ ਸ਼ੋ ਕਰਨੇ ਆਪਾਂ, ਠੀਕ ਹੈ। ਉਹਨੂੰ ਆਪਾਂ ਚੇਂਜ ਕਰ ਲੈਂਦੇ ਇੱਥੇ। ਫॉर एग्जांपल ਆਪਾਂ 10th ਸਟੈਪ ਤੋਂ ਬਾਅਦ ਡੋਟਡ ਕਰਦੇ ਹਾਂ। ਇਹਦਾ ਮਤਲਬ ਕੀ ਹੈਗਾ ਕਿ ਆਪਾਂ ਇੱਕ ਹਾਈਟ ਅਚੀਵ ਕਰ ਲਈ ਹੈ, ਉਸ ਤੋਂ ਉੱਪਰ ਜਿਹੜਾ ਚੀਜ਼ ਸਾਨੂੰ ਦਿਖ ਨਹੀਂ ਰਹੀ ਹੈਗੀ ਪਲਾਨ ਦੇ ਵਿੱਚ ਬਟ ਆਪਾਂ ਸ਼ੋ ਕਰ ਰਹੇ ਹਾਂ ਦੈਟ ਇਜ਼ ਡੋਟਡ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਨੰਬਰਿੰਗ ਕਰ ਦੇਣੀ ਸਟੇਅਰਕੇਸ ਦੀ। ਦੈਨ ਆਪਾਂ ਜਦੋਂ ਫਸਟ ਫਲੋਰ ਦੀ ਡਿਟੇਲਿੰਗ ਕਰਾਂਗੇ ਵਰਕਿੰਗ ਡਰਾਇੰਗ ਦੇ ਵਿੱਚ ਆਪਾਂ ਉਹ ਦੇਖਣੇ ਕਿ ਕਿਹੜੇ ਸਟੈਪ ਤੇ ਆਪਾਂ ਉੱਪਰ ਆਏ ਸੀਗੇ, ਠੀਕ ਹੈ। ਸੋ 17th ਰਾਈਜ਼ਰ ਦੇ ਉੱਤੇ ਆਪਾਂ ਉੱਪਰ ਆਏ ਸੀਗੇ। ਜੇ ਆਪਾਂ ਦੁਬਾਰਾ ਗਰਾਊਂਡ ਫਲੋਰ ਦੇਖੀਏ, ਸੋ ਦਿਸ ਇਜ਼ ਫਸਟ, ਸੈਕੰਡ, ਠੀਕ ਹੈ, ਥਰਡ। ਇਹਦਾ ਮਤਲਬ ਇੱਕ ਪਿੱਛੇ ਵਾਲਾ ਜਿਹੜਾ ਰਾਈਜ਼ਰ ਹੈ ਉਹਨੂੰ ਆਪਾਂ ਕਾਊਂਟ ਕਰ ਰਹੇ ਹਾਂ। ਸੋ ਜਿਹੜਾ ਆ 17 ਹੈ ਇਹਦਾ ਮਤਲਬ ਦਿਸ ਇਜ਼ 17 ਐਂਡ ਦਿਸ ਇਜ਼ 18, ਠੀਕ ਹੈ। ਸੋ फर्स्ट फ्लोर पे आइए दोबारा, दिस इज 18th स्टेप कह लो, ठीक है। यहाँ आ वाला 18th राइजर है, ठीक है। दैन इस बाद क्योंकि फर्स्ट फ्लोर च आप ऊपर जा सकते हैं, 100 स्टैप होंगे 19 20 21 22 जिदा भी नैक्सट स्टैप्स होंगे, बट आप इत्थे एक इस तरह कॉन्टीन्यूटी शो की है। ਇਹਦਾ ਮਤਲਬ ਕੀ ਹੈ ਕਿਉਂਕਿ ਆਪਾਂ ਹੁਣ ਇਸ ਲੈਵਲ ਤੇ ਗਰਾਊਂਡ ਫਸਟ ਫਲੋਰ ਤੇ ਖੜੇ ਹਾਂ, ਸਟੇਅਰਕੇਸ ਨੀਚੇ ਵੀ ਜਾ ਰਹੀ ਹੈ ਉੱਪਰ ਵੀ ਜਾ ਰਹੀ ਹੈ, ਠੀਕ ਹੈ। ਸੋ ਆਪਾਂ ਨੂੰ ਨਾਲ ਦੀ ਨਾਲ ਨੀਚੇ ਦਾ ਵੀ ਸ਼ੋ ਕਰਨਾ ਪੈਣਾ ਕਿ ਇਸ ਪਾਸੇ 17 16 15 14 ਇਹ ਗਰਾਊਂਡ ਫਲੋਰ ਵੱਲ ਨੂੰ ਜਾ ਰਹੀ ਹੈ, ਠੀਕ ਹੈ। ਆਪਾਂ ਇਹਦਾ ਨੋਮਨਕਲੇਚਰ ਵੀ ਕਰ ਸਕਦੇ ਹਾਂ ਕਿ this is down, and this is up, ठीक है। सो डाउन टू ग्राउंड फ्लोर है एंड अप टू ममटी थर्ड फ्लोर जो भी साडा हैगा सेकंड फ्लोर, ठीक है। सो इस तरीके ਦੇ ਨਾਲ ਆਪਾਂ ਜਦੋਂ ਸਟੇਅਰਕੇਸ ਦੀ ਡਿਟੇਲਿੰਗ ਕਰਨੀ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਲਾਈਨ ਆਫ ਕੰਟੀਨਿਊਟੀ ਉੱਥੇ ਸ਼ੋ ਕਰਨੀ ਹੈ ਜਿੱਥੇ ਸਟੇਅਰਕੇਸ ਨੀਚੇ ਵੀ ਜਾ ਰਹੀ ਹੈ ਤੇ ਉੱਪਰ ਵੀ ਜਾ ਰਹੀ ਹੈ। ਗਰਾਊਂਡ ਫਲੋਰ ਦੇ ਵਿੱਚ ਕੇਸ ਕੀ ਸੀਗਾ ਕਿ ਸਟੇਅਰਕੇਸ ਸਿਰਫ ਉੱਪਰ ਜਾ ਰਹੀ ਹੈ, ਅਪ ਜਾ ਰਹੀ ਹੈ ਇੱਥੋਂ ਦੀ, ਠੀਕ ਹੈ। ਇੱਥੇ ਕੋਈ ਡਾਊਨ ਨਹੀਂ ਜਾ ਰਹੀ। ਜੇ ਬੇਸਮੈਂਟ ਹੁੰਦੀ ਤਾਂ ਆਪਾਂ ਨੂੰ ਉਹਦੀ ਨੋਮਨਕਲੇਚਰ ਨੰਬਰਿੰਗ ਕਰਕੇ ਉਹਦੀ ਕੰਟੀਨਿਊਟੀ ਨਾਲ ਸ਼ੋ ਕਰਨੀ ਪੈਣੀ ਸੀ, ठीक है। सो ये चीज़ आप ध्यान रखनी है जिस तरीके से जिथे भी किसी स्टेयरकेस ऊपर से नीचे जा रही है उत्थे आप कॉन्टीन्यूटी लाइन शो करनी है, ठीक है। बहुत सिंपल चीज़ हैगी है, थोड़ा इन्हू अंडरस्टैंड करने की जरूरत है। दैन आप अगेन ऊपर आके सारा कुछ उस तरह रखा, कुछ कुछ चेंजेस हो रहे हैं ग्राउंड फ्लोर से फर्स्ट फ्लोर के आप देख लिया जिदा नीचे इतने आप मंदिर सीगा
ਸੋ ਆਪਾਂ ਇੱਥੇ ਕਹਿ ਰਹੇ ਹਾਂ ਕਿ ਇੱਥੇ ਸਾਡੇ ਕੋਲ ਉੱਪਰ ਆ ਕੇ ਡੋਮ ਬਣੇਗਾ। ਸੋ ਇਹਦੀ ਡਿਟੇਲਿੰਗ ਤਾਂ ਆਪਾਂ ਇੱਥੇ ਨਹੀਂ ਕਰ ਸਕਦੇ, ਆਪਾਂ ਡੋਮ ਐਸ ਪਰ ਡਿਟੇਲ ਲਿਖਤੀ, ਆਪਾਂ ਇਹਦੀ ਅਲੱਗ ਸੈਪਰੇਟ ਸ਼ੀਟ ਬਣਾ ਸਕਦੇ ਹਾਂ, ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਇਹਦਾ ਸੈਕਸ਼ਨ ਕਿਸ ਤਰੀਕੇ ਦਾ ਹੋਏਗਾ ਜਾਂ ਕਿਹੜਾ ਮਟੀਰੀਅਲ ਨਾਲ ਬਣਾਵਾਂਗੇ, ਠੀਕ ਹੈ, ਜਾਂ ਇਹਦੀ ਕੋਈ ਵਾਟਰ ਪ੍ਰੂਫਿੰਗ ਵਗੈਰਾ ਕਰਨੀ ਹੈ ਜਾਂ ਨਹੀਂ ਕਰਨੀ ਹੈਗੀ। ਸੋ ਇਹਦੀ ਡਿਟੇਲ ਆਪਾਂ ਅਲੱਗ ਕਰ ਦਾਂਗੇ। ਇਸੇ ਤਰ੍ਹਾਂ ਜਿੱਦਾਂ ਬਾਲਕਨੀ ਪਿੱਛੇ ਆ ਰਹੀ ਹੈ, ਸੋ ਆਪਾਂ ਇਹਦੀ ਵੀ ਲਿਖ ਦਾਂਗੇ ਕਿ ਰੇਲਿੰਗ ਐਸ ਪਰ ਡਿਟੇਲ, ਕਿਉਂਕਿ ਇਹ ਡਰਾਇੰਗਸ ਆਪਾਂ ਨੂੰ ਐਕਸਟਰਾ ਨਾਲ ਬਣਾਉਣੀਆਂ ਪੈਣੀਆਂ। ਸਾਰਾ ਕੁਝ ਆਪਾਂ ਪਲਾਨ ਦੇ ਵਿੱਚ ਜਾਂ ਐਲੀਵੇਸ਼ਨ ਦੇ ਵਿੱਚ ਨਹੀਂ ਦੇ ਸਕਦੇ, ਸਾਨੂੰ ਇਹਨਾਂ ਦੀ ਡਿਟੇਲ ਡਰਾਇੰਗਸ ਅਲੱਗ ਸੈਪਰੇਟ ਕਰਕੇ ਬਣਾਉਣੀਆਂ ਪੈਣੀਆਂ, ਠੀਕ ਹੈ। ਸੋ ਆਪਾਂ ਇਹ ਚੀਜ਼ਾਂ ਲਿਖ ਸਕਦੇ ਹਾਂ, ਰੇਲਿੰਗ ਜਾਂ ਪੈਰਾਪੇਟ ਵੀ ਹੋ ਸਕਦਾ ਹੈ, ਠੀਕ ਹੈ। ਸੋ ਇਸ ਤਰੀਕੇ ਨਾਲ ਜਿੱਥੇ ਜਿੱਥੇ ਆਪਾਂ ਨੂੰ ਚੀਜ਼ਾਂ ਕਲੀਅਰ ਨਹੀਂ ਹੈਗੀਆਂ ਹਜੇ ਔਰ ਆਪਾਂ ਨੂੰ ਡਿਟੇਲ ਆਊਟ ਕਰਨਾ ਚਾਹੁੰਦੇ ਹਾਂ, ਆਪਾਂ ਉਹਨੂੰ ਇਸ ਤਰੀਕੇ ਨਾਲ ਆਪਣੀ ਵਰਕਿੰਗ ਲਾਈਨ ਦੇ ਵਿੱਚ ਲਿਖ ਦਾਂਗੇ। ਔਰ ਹੋ ਸਕੇ ਜੇ ਆਪਾਂ ਸਾਰਾ ਕੁਝ ਮੈਨੇਜ ਸਹੀ ਤਰੀਕੇ ਨਾਲ ਕਰ ਰਹੇ ਹਾਂ, ਆਪਾਂ ਡਿਟੇਲ ਦੇ ਨਾਲ ਡਰਾਇੰਗ ਨੰਬਰ ਵੀ ਪਾ ਸਕਦੇ ਹਾਂ ਕਿ ਡਰਾਇੰਗ ਨੰਬਰ ਜਿਸ ਦੇ ਵਿੱਚ ਇਹਦੀ ਡਿਟੇਲ ਨਿਕਲ ਕੇ ਆਏਗੀ, ਠੀਕ ਹੈ। ਸੋ ਉਹ ਇਸੇ ਤਰੀਕੇ ਉਹ ਤਾਂ ਹੋ ਸਕਦਾ ਜੇ ਸਾਰਾ ਪ੍ਰੋਜੈਕਟ ਤੁਸੀਂ ਪਹਿਲਾਂ ਹੀ ਡਰਾਇੰਗ ਦੇ ਵਿੱਚ ਬਣਾ ਲਓ। ਦੈਨ ਸਾਰਾ ਇਹਦੇ ਵਿੱਚ ਫਸਟ ਫਲੋਰ ਪਲਾਨ ਆਪਣਾ ਕਲੀਅਰ ਹੋ ਗਿਆ। ਦੈਨ ਆਪਾਂ ਗੱਲ ਕਰਦੇ ਹਾਂ ਸੈਕਸ਼ਨਸ ਦੀ। ਅੱਛਾ, ਇੱਕ ਹੋਰ ਚੀਜ਼ ਹੈ, ਜਿੱਥੇ ਵੀ ਆਪਣਾ ਨੀਚੇ ਦੀਵਾਰ ਅਲੱਗ ਰਹਿ ਜਾਂਦੀ ਹੈ, ਠੀਕ ਹੈ, ਫੋਰ ਐਗਜ਼ਾਮਪਲ ਦਿਸ ਇਜ਼ ਬਾਉਂਡਰੀ ਵਾਲ, ਇਹ ਆਪਣੀ ਉੱਪਰ ਨਹੀਂ ਆਣੀ ਹੈਗੀ। ਸੋ ਆਪਾਂ ਇਹਨੂੰ ਅਲੱਗ ਲੇਅਰ ਦੇ ਵਿੱਚ ਪਾਵਾਂਗੇ, ਠੀਕ ਹੈ। ਅਲੱਗ ਲੇਅਰ ਕੋਈ ਵੀ ਹੋ ਸਕਦੀ, ਕਿਉਂਕਿ ਇਹਦਾ ਪ੍ਰਿੰਟ ਲਾਈਟ ਆਉਣਾ ਚਾਹੀਦਾ ਹੈ। ਇਹ ਦੀਵਾਰ ਹੈਗੀ ਹੈ ਸਾਡੀ, ਔਰ ਇਹ ਸਾਡੀ ਬਾਉਂਡਰੀ ਵਾਲ ਜੋ ਵੀ ਸੀਗੀ ਉਹ ਨੀਚੇ ਰਹਿ ਚੁੱਕੀ ਹੈ, ਇਹ ਉੱਪਰ ਕੰਟੀਨਿਊ ਨਹੀਂ ਹੈ। ਸੋ ਆਪਾਂ ਇਹਨੂੰ ਰੈੱਡ ਮਤਲਬ ਵਾਲ ਲਾਈਨ ਦੇ ਵਿੱਚ ਔਰ ਹੈਚਿੰਗ ਵਗੈਰਾ ਦੀ ਨਹੀਂ ਕਰਾਂਗੇ, ਕਿਉਂਕਿ ਇਹ ਚੀਜ਼ ਨੀਚੇ ਰਹਿ ਚੁੱਕੀ ਹੈ ਲੈਵਲ ਦੇ ਵਿੱਚ, ਤੇ ਸਾਨੂੰ ਉੱਪਰੋਂ ਦੀ ਸਿਰਫ ਉਹਦਾ ਪਲਾਨ ਦਿਖ ਰਿਹਾ, ਸੈਕਸ਼ਨ 'ਚ ਨਹੀਂ ਹੈ। ਸਿਮਿਲਰਲੀ ਆਪਾਂ ਪਿੱਛੇ ਇਸ ਤਰੀਕੇ ਦੇ ਨਾਲ ਕੁਝ ਕੀਤਾ ਹੈ। ਔਰ ਇਸੇ ਤਰ੍ਹਾਂ ਰੇਲਿੰਗ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਆਪਾਂ ਇਹਨੂੰ ਸ਼ੋ ਇਸ ਤਰੀਕੇ ਨਾਲ ਕੀਤਾ, ਕਿਉਂਕਿ ਇੱਥੇ ਆਪਾਂ ਵਾਲ ਬਣਾਉਣ ਦੀ ਬਜਾਏ ਮੇਬੀ ਪੈਰਾਪੇਟ ਔਰ ਰੇਲਿੰਗ ਯੂਜ਼ ਕਰੀਏ। ਸੋ ਇਸ ਤਰੀਕੇ ਦੇ ਨਾਲ ਇਹਨੂੰ ਲੇਅਰਸ ਨੂੰ ਵੀ ਸੈਪਰੇਟ ਕਰਨਾ ਸਾਨੂੰ ਆਉਣਾ ਚਾਹੀਦਾ। ਗ੍ਰਿਡ ਆਪਣੀ ਸੇਮ ਹੀ ਉਹੀ ਰਹਿਣੀ ਹੈ ਜੋ ਗਰਾਊਂਡ ਫਲੋਰ ਤੇ, ਆਪਾਂ ਇਹਦੀ ਕੋਈ ਦੁਬਾਰਾ ਨੋਮਨਕਲੇਚਰ ਨਹੀਂ ਕਰਨੀ ਔਰ ਨਾ ਇਹਦੀ ਡਿਮੈਂਸ਼ਨਿੰਗ ਚੇਂਜ ਹੋਣੀ ਹੈ, ਠੀਕ ਹੈ। ਕਾਲਮ ਸਾਈਜ਼ ਨੀਚੇ ਵਾਲੇ ਨਾਲੋਂ ਘੱਟ ਸਕਦਾ ਹੈ, ਜ਼ਿਆਦਾਤਰ ਉਹਨੂੰ ਵਧਾਉਣਾ ਨਹੀਂ ਹੈਗਾ, ਠੀਕ ਹੈ, ਅਨਲੈਸ ਕੋਈ ਸਟਰਕਚਰ ਦੀ ਡਿਟੇਲ ਹੋਵੇ। ਹਾਂਜੀ, ਦੈਨ ਅਸੀਂ ਗੱਲ ਕਰਦੇ ਸੈਕਸ਼ਨਸ ਦੀ। ਸੋ ਸੈਕਸ਼ਨ ਲਾਈਨ ਆਪਾਂ ਨੂੰ ਵੈਸੇ ਤਾਂ ਸੈਕਸ਼ਨ ਦੀ ਆਪਾਂ ਗੱਲ ਕਰੀਏ ਤੇ ਜਿੰਨੇ ਵੀ ਆਪਣੇ ਸੈਕਸ਼ਨ ਅਲੱਗ-ਅਲੱਗ ਹੋ ਰਹੇ ਨੇ, ਜਿੱਥੋਂ ਵੀ ਆਪਾਂ ਸੈਕਸ਼ਨ ਲਾਈਨ ਇਹੋ ਜਿਹੀ ਲਗਾਵਾਂਗੇ ਤੇ ਸੈਕਸ਼ਨ ਸਾਡਾ ਚੇਂਜ ਹੋਏਗਾ, ਸਾਨੂੰ ਸਾਰੇ ਸੈਕਸ਼ਨਸ ਦੇਣੇ ਪੈਣੇ ਇਨ ਔਨ ਸਾਈਟ, ਠੀਕ ਹੈ। ਬਟ ਕਿਉਂਕਿ ਆਪਾਂ ਅਕੈਡਮਿਕਸ ਕਰ ਰਹੇ ਹਾਂ ਤਾਂ ਆਪਾਂ ਇਹਨੂੰ ਥੋੜਾ ਨੰਬਰ ਆਫ ਸੈਕਸ਼ਨ ਰਿਡਿਊਸ ਕਰ ਸਕਦੇ ਹਾਂ। ਆਪਾਂ ਇਹ ਕਰ ਸਕਦੇ ਕਿ ਜਿਹੜੇ ਟਿਪੀਕਲ ਸੈਕਸ਼ਨਸ ਨੇ ਜਿਹਦੇ ਵਿੱਚ ਜ਼ਿਆਦਾ ਡਿਟੇਲਿੰਗ ਆ ਰਹੀ ਹੈ, ਉਹਨੂੰ ਆਪਾਂ ਚੂਜ਼ ਕਰਦੇ ਹਾਂ, ਠੀਕ ਹੈ। ਫੋਰ ਐਗਜ਼ਾਮਪਲ ਇਹ ਸੈਕਸ਼ਨ ਹੈ, ਇਸ ਸੈਕਸ਼ਨ ਦੇ ਵਿੱਚ ਮੇਰੇ ਕੋਲ ਸਾਰਾ ਨੀਚੇ ਦੀ ਫਾਊਂਡੇਸ਼ਨ ਵੀ ਆ ਜਾਏਗਾ, ਦੀਵਾਰ ਦਾ ਵੀ ਆ ਜਾਏਗਾ, ਉੱਪਰ ਤੱਕ ਆ ਜਾਏਗਾ। ਦੈਨ ਮੇਰੇ ਕੋਲ ਗਰਾਊਂਡ ਫਲੋਰ ਦੀ ਲੌਬੀ ਵੀ ਆ ਜਾਏਗੀ। ਦੈਨ ਮੇਰੇ ਕੋਲ ਫਸਟ ਫਲੋਰ ਤੇ ਆ ਕੇ ਕੱਟ ਆਊਟ ਕਿੱਥੇ ਹੈਗਾ, ਉਹਨੂੰ ਕਿੱਦਾਂ ਡਿਟੇਲ ਆਊਟ ਕਰਨਾ, ਉਹ ਵੀ ਆ ਜਾਏਗਾ। ਦੈਨ ਉਸ ਤੋਂ ਬਾਅਦ ਮੇਰੇ ਕੋਲ ਗਰਾਊਂਡ ਫਲੋਰ ਔਰ ਫਸਟ ਫਲੋਰ ਤੇ ਡਰਾਇੰਗ ਰੂਮ ਹੈ, ਫਸਟ ਫਲੋਰ ਤੇ ਟੈਰੇਸ ਹੈ, ਉਹਨੂੰ ਕਿੱਦਾਂ ਆਪਾਂ ਡਿਟੇਲ ਆਊਟ ਕੀਤਾ ਉਹ ਵੀ ਇੱਥੇ ਡਿਟੇਲ ਆ ਜਾਏਗੀ। ਸੋ ਦਿਸ ਇਜ਼ ਅ ਟਿਪੀਕਲ ਸੈਕਸ਼ਨ, ਠੀਕ ਹੈ। ਟਿਪੀਕਲ ਸੈਕਸ਼ਨ ਮਤਲਬ ਕੁਝ ਇਦਾਂ ਸੈਕਸ਼ਨ ਕਈ ਜਗ੍ਹਾ ਰਿਪੀਟ ਹੋ ਸਕਦਾ ਹੈ, ਇਹਨੂੰ ਆਪਾਂ ਇਸ ਜਗ੍ਹਾ ਤੇ ਵੀ ਕਰੀਏ ਲਗਭਗ ਉਹੀ ਸੈਕਸ਼ਨ ਆਏਗਾ ਐਕਸੈਪਟ ਕੱਟ ਆਊਟ, ਠੀਕ ਹੈ। ਔਰ ਕੁਝ ਸੈਕਸ਼ਨ ਹੁੰਦੇ ਜਿਹੜੇ ਡਿਟੇਲਡ ਸੈਕਸ਼ਨ ਹੁੰਦੇ, ਫੋਰ ਐਗਜ਼ਾਮਪਲ ਜੇ ਆਪਾਂ ਇਹਦੇ ਸੈਕਸ਼ਨ ਦੀ ਗੱਲ ਕਰੀਏ ਕਿ ਜਿਹੜਾ ਇਹ ਸੈਕਸ਼ਨ ਹੋਏਗਾ ਡੋਮ ਦਾ, ਇਹ ਸਾਡਾ ਕੁਝ ਇੱਕ ਅਲੱਗ ਸੈਕਸ਼ਨ ਆਪਾਂ ਦੇ ਸਕਦੇ ਜਾਂ ਇਹਨੂੰ ਆਪਾਂ ਡਿਟੇਲ ਦੇ ਵਿੱਚ ਕਵਰ ਕਰ ਸਕਦੇ ਹਾਂ, ਠੀਕ ਹੈ। ਸੋ ਇਸ ਤਰੀਕੇ ਦੇ ਸੈਕਸ਼ਨਸ ਆਪਾਂ ਲੱਭਣੇ ਆ ਜਿਹੜੇ ਟਿਪੀਕਲ ਹੋਣਗੇ, ਔਰ ਜਿਹੜੇ ਦੂਜੇ ਡਿਟੇਲ ਆਊਟ ਹੈ ਉਹਨੂੰ ਆਪਾਂ ਡਿਟੇਲ ਦੇ ਵਿੱਚ ਅਲੱਗ ਉਹਨੂੰ ਕੈਰੀ ਫਾਰਵਰਡ ਕਰਾਂਗੇ, ਤਾਂ ਕਿ ਆਪਾਂ ਉਹਨੂੰ ਸਹੀ ਤਰੀਕੇ ਨਾਲ ਉਹਦੀ ਜਿਹੜੀ ਡਿਮੈਂਸ਼ਨਿੰਗ ਵਗੈਰਾ ਹੈਗੀ ਹੈ ਉਹ ਕਰ ਸਕੀਏ। ਕਿਉਂਕਿ ਇੰਨੀ ਵੱਡੀ ਸੈਕਸ਼ਨ ਦੇ ਵਿੱਚ ਆਪਾਂ ਉਹ ਛੋਟੀ ਜਿਹੀ ਚੀਜ਼ ਡਿਟੇਲ ਆਊਟ ਨਹੀਂ ਕਰ ਸਕਦੇ ਜਾਂ ਰੀਡੇਬਲ ਨਹੀਂ ਹੋਏਗੀ, ਉਹਦਾ ਸਕੇਲ ਸਾਨੂੰ ਇਨਲਾਰਜ ਕਰਨਾ ਪੈਣਾ। ਔਰ ਦੂਸਰਾ ਇੱਕ ਸੈਕਸ਼ਨ ਘੱਟੋ ਘੱਟ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਸਟੇਅਰਕੇਸ ਦੇ ਵਿੱਚੋਂ ਨਿਕਲ ਕੇ ਜਾਵੇ, ਠੀਕ ਹੈ। ਪ੍ਰੈਕਟੀਕਲੀ ਗੱਲ ਕਰੀਏ ਤਾਂ ਸੈਕਸ਼ਨ ਕੁਝ ਇਹੋ ਜਿਹੀ ਹੋਣੀ ਚਾਹੀਦੀ ਜਿਹੜੀ ਸਟੇਅਰਕੇਸ ਤੋਂ ਪਾਸ ਕਰੇ, ਕਿਉਂਕਿ ਸਟੇਅਰਕੇਸ ਨਾਲ ਸਾਨੂੰ ਮਮਟੀ ਦੇ ਲੈਵਲ ਵੀ ਨਿਕਲ ਕੇ ਆ ਜਾਂਦੇ ਆ, ਜਾਂ ਸਟੇਅਰਕੇਸ ਤੇ ਵੀ ਸਾਨੂੰ ਕਲੀਅਰ ਹੋ ਜਾਂਦਾ ਕਿ ਸਾਨੂੰ ਹੈਡਰੂਮ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਦੋਨਾਂ ਸਟੈਪਸ ਦੇ ਵਿੱਚ।
ਜਿਹੜੀ ਨੀਚੇ ਗਰਾਊਂਡ ਫਲੋਰ ਤੋਂ ਆ ਰਹੀ ਜਿਹੜੀ ਫਸਟ ਫਲੋਰ ਤੋਂ ਉੱਪਰ ਜਾ ਰਹੀ ਹੈ ਉਹਨਾਂ ਵਿੱਚ ਮੈਨੂੰ ਹੈਡਰੂਮ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ, ਕੋਈ ਉਹ ਕਲੈਰਿਟੀ ਦੇ ਲਈ ਆਪਾਂ ਸਟੇਅਰਕੇਸ ਤੋਂ ਸੈਕਸ਼ਨ ਜ਼ਰੂਰ ਕੱਟਾਂਗੇ ਇੱਕ ਅੱਧਾ, ਠੀਕ ਹੈ। ਔਰ ਇੱਕ ਮੈਂ ਥੋੜਾ ਜਿਹਾ ਟਿਪੀਕਲ ਸੈਕਸ਼ਨ ਕਰਨ ਦੀ ਮੈਂ ਇਹਨੂੰ ਕੀ ਕੀਤਾ ਹੈ ਕਿ ਸੈਕਸ਼ਨ ਲਾਈਨ ਮੇਰੀ ਇਸ ਤਰੀਕੇ ਨਾਲ ਸਟੇਅਰਕੇਸ ਤੋਂ ਕੱਟ ਹੋ ਕੇ ਆ ਰਹੀ ਹੈ ਔਰ ਦੈਨ ਮੈਂ ਉਹਨੂੰ ਚੇਂਜ ਕੀਤਾ ਹੈ, ਠੀਕ ਹੈ। तो इस तरीके ਦੇ ਨਾਲ ਵੀ ਤੁਸੀਂ ਸੈਕਸ਼ਨ ਲਾਈਨ ਕੱਟ ਸਕਦੇ ਹੋ ਬਜਾਏ ਕਿ ਸਟ੍ਰੇਟ ਸੈਕਸ਼ਨ ਲਾਈਨ। ਕਹਿਣ ਦਾ ਮਤਲਬ ਹੈ ਵੀ ਇਸ ਤਰ੍ਹਾਂ ਦੀ ਜਿਹੜੀ ਸਟ੍ਰੇਟ ਸੈਕਸ਼ਨ ਲਾਈਨ ਕੱਟਣ ਦੀ ਬਜਾਏ ਤੁਸੀਂ ਉਹਨੂੰ ਥੋੜਾ ਚੇਂਜ ਵੀ ਕਰ ਸਕਦੇ ਹੋ ਕਿਉਂਕਿ ਤੁਸੀਂ ਜੇ ਮੈਕਸਿਮਮ ਡਿਟੇਲਸ ਕਵਰ ਕਰਨੀਆਂ ਨੇ, ਠੀਕ ਹੈ। ਸੋ ਇਸ ਤਰੀਕੇ ਨਾਲ ਆਪਾਂ ਉਹਦੀ ਜਿਹੜੀ ਸੈਕਸ਼ਨ ਲਾਈਨ ਹੈ ਉਹਨੂੰ ਥੋੜਾ ਮੋਡੀਫਾਈ ਵੀ ਕਰ ਸਕਦੇ ਹਾਂ। ਸੋ ਇਹ ਹੋ ਗਈਆਂ ਸੈਕਸ਼ਨ ਲਾਈਨਸ ਆਪਾਂ ਕਿਸ ਤਰੀਕੇ ਨਾਲ ਚੂਜ਼ ਕਰਨੀਆਂ ਹੈ। ਦੈਨ ਅਸੀਂ ਗੱਲ ਕਰਦੇ ਹਾਂ ਕਿ ਸੈਕਸ਼ਨ ਲਾਈਨ ਲਗਾ ਲਈਆਂ ਦੈਨ ਅਸੀਂ ਸੈਕਸ਼ਨ ਕਿਸ ਤਰੀਕੇ ਨਾਲ ਬਣਾਉਣਾ। ਸੋ ਉਹਦੇ ਲਈ ਸਾਨੂੰ ਲੈਵਲਸ ਚਾਹੀਦੇ ਨੇ। ਇਹਦੇ ਵਿੱਚ ਮੈਂ ਕੁਝ ਲੈਵਲਸ ਪਹਿਲਾਂ ਹੀ ਆਫਸੈਟ ਕੀਤੇ ਨੇ। ਇਹ ਮੇਰਾ ਰੋਡ ਲੈਵਲ ਹੈ 00। ਦੈਨ ਉਸ ਤੋਂ ਬਾਅਦ ਮੇਰੇ ਕੋਲ 1.5 ਫੁੱਟ ਲੈਵਲ ਜਿਹੜਾ ਹੈ ਉਹ ਪੋਰਚ ਦਾ ਲੈਵਲ ਆਇਆ। ਜੇ ਆਪਾਂ ਇਹਨੂੰ ਡਰਾਇੰਗ ਦੇ ਵਿੱਚ ਦੇਖੀਏ ਸੋ ਜਿਹੜਾ ਇਹ ਲੈਵਲ ਪੋਰਚ ਦਾ ਸੀਗਾ ਇਹ ਮੇਰਾ +1 ਫੀਟ 6 ਇੰਚਜ਼ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਉੱਪਰ ਆਏ ਫਸਟ ਗਰਾਊਂਡ ਫਲੋਰ ਫਿਨਿਸ਼ ਲੈਵਲ, ਠੀਕ ਹੈ। ਗਰਾਊਂਡ ਫਲੋਰ ਦਾ ਜੋ ਵੀ ਮਾਰਬਲ ਪੱਥਰ ਟਾਈਲ ਜੋ ਵੀ ਲੱਗਣਾ ਹੈ ਉਹਦਾ ਫਿਨਿਸ਼ ਲੈਵਲ ਕਿਹੜਾ ਹੈ ਉਹ 2 ਫੀਟ 3 ਇੰਚਜ਼ ਹੈ। ਸੋ ਇਹਨੂੰ ਮੈਂ ਆਪਣੀ ਡਰਾਇੰਗ ਦੇ ਵਿੱਚ ਵੀ ਦੇਖਾਂਗਾ। ਇਹਨੂੰ ਮੈਂ ਮੋਡੀਫਾਈ ਕੀਤਾ ਸੈਕਸ਼ਨ ਦੇ ਨਾਲ। ਸੋ ਇਹ 1 ਫੀਟ 6 ਇੰਚਜ਼ ਸੀਗਾ, ਇਹ ਇੱਥੇ ਤੱਕ 1 ਫੀਟ 9 ਇੰਚਜ਼ ਹੋ ਗਿਆ। मतलब इतने स्लोप हैगी है और देन एक स्टेप ऊपर चढ़े 2 फीट 3 इंचज़ का लेवल आ गया। सो दिस इज 2 फीट 3 इंचज़ जो मेरा फिनिश्ड फ्लोर लेवल है ग्राउंड फ्लोर का, ठीक है। देन उस तो बाद आप देखना कि छत कितनी उपर पाई है। मैं ग्राउंड फ्लोर तो फस्ट फ्लोर का जो बॉटम है तो ग्राउंड फ्लोर का जो फिनिश फ्लोर लेवल है ये 10.5 फुट तक क्लीयर हाइट रखी है, ठीक है। उस तो बाद मेरी तकरीबन 4.5 ਤੋਂ 6 ਇੰਚ ਤੱਕ ਦੀ ਸਲੈਬ ਆ ਜਾਏਗੀ ਵਿੱਚ ਔਰ ਦੈਨ ਉਸ ਤੋਂ ਬਾਅਦ ਮੇਰਾ 2-3 ਇੰਚ ਦਾ ਮਾਰਜਨ ਆ ਜਾਏਗਾ ਫਲੋਰ ਦਾ ਨੈਕਸਟ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਮੇਰਾ ਜਿਹੜਾ ਨੈਕਸਟ ਫਲੋਰ ਫਿਨਿਸ਼ ਫਲੋਰ ਲੈਵਲ ਉਹ ਇਹ ਆਏਗਾ। ਇਹਨੂੰ ਮੇਜ਼ਰ ਕਰ ਲਾਂਗੇ ਇੱਥੋਂ ਕਿੰਨਾ ਹੈ 00 ਲੈਵਲ ਤੋਂ ਇਟ ਕਮਸ ਆਊਟ 13 ਫੀਟ 5 ਇੰਚਜ਼। ਸੋ ਮੈਂ ਇਹ ਲੈਵਲ ਨੂੰ ਫਸਟ ਫਲੋਰ ਦੇ ਵਿੱਚ ਲਿਖਾਂਗਾ। ਜਿਹੜਾ ਮੇਰਾ ਫਸਟ ਫਲੋਰ ਦਾ ਫਿਨਿਸ਼ ਲੈਵਲ ਹੈ ਉਹ 13 ਫੀਟ 5 ਇੰਚਜ਼ ਹੈ, ਠੀਕ ਹੈ। ਸੋ ਇਹ ਆਪਾਂ ਤੁੱਕੇ ਨਹੀਂ ਮਾਰਨੇ ਹੈਗੇ, ਜਾਂ ਸੈਕਸ਼ਨ ਨੂੰ ਰੈਫਰ ਕਰਨਾ ਹੈ ਜਾਂ ਫਿਰ ਆਪਾਂ ਇਹਨੂੰ ਪ੍ਰੀ ਡਿਸਾਈਡ ਕਰ ਲੈਣਾ ਕਿ ਹਾਂ ਜੀ 12 ਫੁੱਟ 6 ਇੰਚ ਹੈ ਮੇਰਾ ਔਰ ਮੇਰੀ ਮੈਂ ਕੋਸ਼ਿਸ਼ ਕਰਨੀ ਕਿ ਇੱਥੇ ਸੈਕਸ਼ਨ ਜਿਹੜਾ ਮੇਰਾ ਉਸ ਹਿਸਾਬ ਨਾਲ ਮੈਂ ਕੱਟ ਕਰਾਂ ਕਿ ਮੇਰਾ ਜਿਹੜਾ ਫਿਨਿਸ਼ ਫਲੋਰ ਲੈਵਲ ਹੈ ਉਹ 12.5 ਫੁੱਟ ਆਵੇ। ਜਿੰਨਾ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਇਹ ਜ਼ਰੂਰੀ ਕੋਈ ਦੇਰ ਇਜ਼ ਨੋ ਹਾਰਡ ਐਂਡ ਪਾਸ ਰੂਲ ਕੇ 10.5 ਹੋਣਾ ਚਾਹੀਦਾ, 11.5 ਹੋਣਾ ਚਾਹੀਦਾ, 12.5 ਹੋਣਾ ਚਾਹੀਦਾ। ਐਜ਼ ਪਰ ਅਲੱਗ-ਅਲੱਗ ਸਿਚੁਏਸ਼ਨ ਇਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਠੀਕ ਹੈ। ਜ਼ਿਆਦਾਤਰ ਦਾ ਇੱਕ ਮਕਸਦ ਹੁੰਦਾ ਹੈ ਕਿ ਜੀ ਕੱਲ ਨੂੰ ਰੋਡ ਲੈਵਲ ਵੱਧ ਸਕਦਾ ਬਾਹਰ ਵਾਲਾ, ਇਹ ਰੋਡ ਲੈਵਲ ਥੋੜਾ ਉੱਪਰ ਆ ਸਕਦਾ ਹੈ। ਸੋ ਜੇ ਲੈਵਲ ਉੱਪਰ ਆ ਜਾਏ ਤਾਂ ਸਾਡੇ ਮੀਂਹ ਬਾਰਿਸ਼ ਦਾ ਪਾਣੀ ਅੰਦਰ ਆਉਣ ਦੇ ਚਾਂਸਸ ਵੱਧ ਸਕਦੇ ਨੇ। ਸੋ ਕੀ ਕਰਦੇ ਨੇ ਗਰਾਊਂਡ ਫਲੋਰ ਦਾ ਲੈਵਲ ਉੱਪਰ ਚੱਕ ਕੇ ਰੱਖਦੇ ਨੇ, ਠੀਕ ਹੈ। ਉਹ ਗਰਾਊਂਡ ਫਲੋਰ ਦਾ ਲੈਵਲ 12.5 ਫੁੱਟ ਤੇ 12 ਫੁੱਟ ਦੀ ਹਾਈਟ ਦੇ ਉੱਤੇ ਇੰਨਾ ਰੱਖ ਦਿੰਦੇ ਨੇ ਤਾਂ ਕਿ ਕੱਲ ਨੂੰ ਰੋਡ ਲੈਵਲ ਵਧੇ ਤੇ ਆਪਾਂ ਫਲੋਰ ਨੂੰ ਉੱਪਰ ਕਰ ਸਕੀਏ, ਠੀਕ ਹੈ। ਇਹ ਡਿਪੈਂਡ ਕਰਦਾ ਕਲਾਇੰਟ ਉੱਤੇ ਜਾਂ ਤੁਹਾਡਾ ਵੀ ਜਿਹੜਾ ਵੀ ਕੰਸਟਰਕਸ਼ਨ ਹੈਗੀ ਉਹਦੀ ਡਿਟੇਲ ਕਿਸ ਤਰੀਕੇ ਨਾਲ ਕਰਨੀ ਹੈ। ਔਰ ਦੈਨ ਉਸ ਤੋਂ ਬਾਅਦ ਆਪਣਾ ਆਏਗਾ ਮਮਟੀ ਲੈਵਲ। ਸੋ ਉਹਦੇ ਲਈ ਵੀ ਆਪਾਂ ਦੇਖਣਾ ਕਿ ਮਮਟੀ ਲੈਵਲ ਕਿੰਨਾ ਉੱਪਰ ਆਪਾਂ ਰੱਖਣਾ ਹੈ ਇਸ ਲੈਵਲ ਤੋਂ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਸੇ 8.5 ਫੁੱਟ ਤੇ ਮਮਟੀ ਰੱਖੀ ਹੈ। ਸੋ ਆਪਾਂ ਇਹਨੂੰ ਮਮਟੀ ਨੂੰ 8.5 ਫੁੱਟ ਦੇ ਲੈਵਲ ਤੇ ਰੱਖ ਦੇਣਾ। ਉਸ ਤੋਂ ਬਾਅਦ ਉਹਦੀ 6 ਇੰਚ ਦੀ ਸਲੈਬ ਆ ਜਾਏਗੀ ਜਾਂ 4.5 ਤੋਂ 6 ਇੰਚ ਦੀ ਸਲੈਬ ਜੋ ਵੀ ਹੁੰਦੀ ਹੈ ਉਹ ਆ ਜਾਏਗੀ। ਸੋ ਇਸ ਤਰੀਕੇ ਨਾਲ ਮੇਰੇ ਕੋਲ ਮਮਟੀ ਦਾ ਵੀ ਟੌਪ ਲੈਵਲ ਆ ਜਾਏਗਾ। ਮਮਟੀ ਦੇ ਉੱਤੇ ਮੰਨ ਲਓ ਮੈਂ ਜਿਹੜੀ ਟਾਇਲ ਟੈਰੇਸਿੰਗ ਕਰਨੀ ਹੈ ਉਹਦੇ 6 ਇੰਚ ਹੋਰ ਪਾ ਲੈਂਦਾ, ਮੰਨ ਲਓ 6 ਇੰਚ ਹਾਇਰ ਸਾਈਡ ਤੇ ਹੈ। ਸੋ ਆਪਾਂ ਜਿਹੜੀ ਟੋਟਲ ਮੇਰੀ ਲਾਸਟ ਫਲੋਰ ਤੇ ਸਾਈਟ ਲੈਵਲ ਦੀ ਹਾਈਟ ਹੈ ਉਹ 33 ਫੀਟ 7 ਇੰਚਜ਼ ਹੈ। ਸੋ ਇਸ ਦਾ ਮਤਲਬ ਜਦੋਂ ਵੀ ਮੈਂ ਸਾਈਟ ਪਲਾਨ ਬਣਾਉਣਾ ਹੈ ਉੱਤੇ ਮੈਂ ਜਿਹੜਾ ਲੈਵਲ ਲਿਖਣਾ ਹੈ ਲਾਸਟ ਵਾਲਾ ਉਹ ਮੇਰਾ ਇਸ ਸੈਕਸ਼ਨ ਦੇ ਨਾਲ ਮੈਚ ਕਰਨਾ ਚਾਹੀਦਾ ਹੈ,
ठीक है। सो इट कम्स 30 फीट 33 फीट 7 इंचेस जो भी एग्जैक्ट आ रहा है, ठीक है। सो जे ਆਪਾਂ ਇਹ 8.5 ਫੁੱਟ ਦੀ ਹਾਈਟ ਨੂੰ ਜੇ ਮੰਨ ਲਓ ਇਹਨੂੰ ਮੈਂ 10 ਫੁੱਟ ਰੱਖਦਾ ਤਾਂ ਮੇਰਾ ਇਹ ਲੈਵਲ ਚੇਂਜ ਹੋ ਜਾਂਦਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਹੁਣ ਸੈਕਸ਼ਨ ਦੇ ਨਾਲ ਆਪਣੇ ਪਲਾਨਸ ਨੂੰ ਕੋਆਰਡੀਨੇਟ ਕਰ ਰਹੇ ਹਾਂ ਕਿ ਇਹ 'ਚ ਜੋ ਲੈਵਲਸ ਲਿਖੇ ਸੀਗੇ ਉਹ ਸਾਡੇ ਸੈਕਸ਼ਨ ਨਾਲ ਮੈਚ ਕਰ ਰਹੇ ਜਾਂ ਨਹੀਂ ਕਰ ਰਹੇ, ਠੀਕ ਹੈ। ਸੋ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ, ਇਸ ਤਰੀਕੇ ਨਾਲ ਆਪਾਂ ਲੈਵਲ ਅਟੇਨ ਕਰਨੇ ਸਾਰੇ। ਇਹੀ ਲੈਵਲ ਸਾਡੇ ਕੱਲ ਨੂੰ ਜਦੋਂ ਵੀ ਆਪਾਂ ਇਹਦੀ ਐਲੀਵੇਸ਼ਨਸ ਡਰਾ ਕਰਾਂਗੇ ਉਹਦੇ ਵਿੱਚ ਇਹ ਯੂਜ਼ ਹੋਣਗੇ, ਠੀਕ ਹੈ। ਦੈਨ ਆਪਾਂ ਗੱਲ ਕਰਦੇ ਸੈਕਸ਼ਨ ਕੱਟਣਾ ਕਿਸ ਤਰੀਕੇ ਨਾਲ। ਅੱਛਾ, ਇਸ ਤੋਂ ਪਹਿਲਾਂ ਇੱਕ ਹੋਰ ਚੀਜ਼ ਹੈ ਕਿ ਆਪਾਂ ਫਸਟ ਫਲੋਰ ਪਲਾਨ ਬਣਾ ਲਿਆ, ਦੈਨ ਆਪਾਂ ਟੈਰੇਸ ਪਲਾਨ ਵੀ ਇੱਕ ਬਣਾਉਣਾ ਹੈ। ਟੈਰੇਸ ਪਲਾਨ ਕੀ ਹੁੰਦਾ ਹੈ ਕਿ ਟੈਰੇਸ ਪਲਾਨ ਕਹਿ ਲਓ ਜਾਂ ਮਲਟੀ ਲੈਵਲ ਦਾ ਪਲਾਨ ਕਹਿ ਲਓ ਜਾਂ ਜੋ ਵੀ ਲਾਸਟ ਫਲੋਰ ਪਲਾਨ ਹੈਗਾ ਉਹ ਕਹਿ ਲਓ। ਸੋ ਆਪਾਂ ਕੀ ਕਰਨਾ ਹੈ, ਲਾਸਟ ਫਲੋਰ ਦਾ ਵੀ ਇਸੇ ਤਰੀਕੇ ਨਾਲ ਸਾਰਾ ਪਲਾਨ ਕਾਪੀ ਕਰ ਲੈਣਾ ਹੈ। ਦੈਨ ਅਸੀਂ ਗ੍ਰਿਡ ਲਾਈਨ ਵੀ ਉਹੀ ਰਹਿਣੀ ਹੈ, ਕਾਲਮਸ ਵੀ ਉਹੀ ਰਹਿਣੇ ਨੇ, ਬਟ ਕਾਲਮਸ ਜਿਹੜੇ ਆ ਉਹ ਓਮਿਟ ਹੋਣੇ ਸ਼ੁਰੂ ਹੋ ਜਾਣੇ ਕਿਉਂਕਿ ਜਿੱਥੇ ਜਿੱਥੇ ਆਪਾਂ ਕੋਈ ਕੰਸਟਰਕਸ਼ਨ ਨਹੀਂ ਕਰਨੀ ਉੱਥੇ ਆਪਾਂ ਕਾਲਮ ਵੀ ਨਹੀਂ ਦੇਣੇ ਹੈਗੇ, ਠੀਕ ਹੈ। ਸੋ ਇਸ ਤਰੀਕੇ ਨਾਲ ਆਪਾਂ ਕਾਲਮਸ ਡਿਲੀਟ ਕਰ ਦੇਣੇ ਨੇ। ਮੰਨ ਲਓ ਉੱਪਰ ਆ ਕੇ ਕਟ ਆਊਟ ਰਹਿ ਰਿਹਾ ਸਾਡਾ ਸਿਰਫ, ਸੋ ਇਹ ਵਿੰਡੋ ਦਾ ਵੀ ਚੱਕਰ ਖਤਮ ਹੋ ਜਾਣਾ ਇੱਥੇ ਆ ਕੇ। और एक और गड़बड़ होगी, किचन गार्डन फर्स्ट फ्लोर पे नहीं होता, ग्राउंड फ्लोर पे है, तो ऊपर सिर्फ कटआउट है। सो दैन ऊपर लेवल पे आके ਆਪਾਂ ਸਾਰੇ ਕਾਲਮਸ ਵਗੈਰਾ ਡਿਲੀਟ ਕਰਨੇ ਸ਼ੁਰੂ ਕਰ ਦੇਣੇ ਆ ਕਿਉਂਕਿ ਇਹ ਕਾਲਮ ਲਾਸਟ ਫਲੋਰ ਤੇ ਸਿਰਫ ਸਾਡੇ ਕੋਲ ਮਾਊਂਟੀ ਹੈ। ਮੰਨ ਲਓ ਕੱਲਾ ਸਿਰਫ ਇਹੀ ਪਾਰਟ ਹੈ ਜਿਹਨੂੰ ਆਪਾਂ ਉੱਪਰ ਤੱਕ ਲੈ ਕੇ ਆ ਰਹੇ, ਠੀਕ ਹੈ। ਬਾਕੀ ਸਾਰਾ ਲੈਵਲ ਸਾਡਾ ਨੀਚੇ ਰਹਿ ਜਾਣਾ, ਠੀਕ ਹੈ। ਇਹਨਾਂ ਨੂੰ ਆਪਾਂ ਲਿਖ ਦੇਣਾ ਟੈਰੇਸ ਬਿਲੋ। और ਜਿਹੜਾ ਇਹ ਲਾਈਨ ਹੈਗੀ ਹੈ ਇਹ ਮੇਰੀ, ਚਲੋ ਆਪਾਂ ਇੱਥੇ ਤੱਕ ਮੰਨਦੇ ਹਾਂ ਕਿ ਇਸ ਤਰੀਕੇ ਦੇ ਨਾਲ ਸੋ ਆ ਮੇਰਾ ਉੱਪਰ ਆ ਕੇ ਟੈਰੇਸ ਹੋ ਜਾਏਗਾ, ਠੀਕ ਹੈ। ਇਹਦੇ ਲਈ ਅਗੇਨ ਸਾਨੂੰ ਜਿਹੜੇ ਵਾਲ ਦਾ ਸੈਕਟ ਉਹ ਲਾਈਨ ਹੈਗੀ ਹੈ ਉਹ ਚੇਂਜ ਕਰਨੀ ਪੈਣੀ ਹੈ। ਜੇ ਉੱਪਰ ਆ ਕੇ ਇੱਕ ਰੂਮ ਬਣਾਉਣਾ ਤਾਂ ਰੂਮ ਬਣਾ ਸਕਦੇ ਹਾਂ, ਅਦਰਵਾਈਜ਼ ਮੰਨ ਲਓ ਆਪਾਂ ਸਿਰਫ ਮਮਟੀ ਲੈ ਕੇ ਜਾਣੀ ਹੈ ਤਾਂ ਸਾਰਾ ਕੁਝ ਆਪਣਾ ਡਿਲੀਟ ਹੋ ਜਾਣਾ, ਇੱਕ ਕਟ ਆਊਟ ਰਹਿ ਜਾਣੇ ਹੈ ਔਰ ਇੱਕ ਮਮਟੀ ਦਾ ਪਲਾਨ ਰਹਿ ਜਾਣਾ, ਠੀਕ ਹੈ। ਸੋ ਇਸ ਤਰੀਕੇ ਨਾਲ ਇਹ ਸਾਡਾ ਸਾਰਾ ਖਾਲੀ ਹੋ ਜਾਣਾ ਹੈ। ये भी कॉलम साਡਾ डिलीट हो जाना है और ये भी साਡਾ छज्जा ਇਹਦੇ ਨਾਲ ਮਿਲ ਜਾਣਾ है और ये भी डोर ਇੱਥੋਂ खत्म हो जाना है। ਸੋ ਇਸ ਤਰੀਕੇ ਨਾਲ ਸਾਡਾ ਪੈਰਾਪੀਟ ਆਉਣਾ ਸ਼ੁਰੂ ਹੋ ਜਾਣਾ। ਕੀ ਹੋਇਆ, ਇਹ ਸਾਡਾ ਪੈਰਾਪੀਟ ਹੈ, ਸੌਰੀ ਇਹ ਸਾਡਾ ਟੈਰੇਸ ਹੈ ਔਰ ਇਹਦਾ ਲੈਵਲ ਆਪਾਂ ਦੇਖੀਏ ਤੇ ਇਸ ਤੋਂ ਨਿਕਲ ਕੇ ਆਏਗਾ ਜਿਹੜਾ ਸੈਕੰਡ ਫਲੋਰ ਦਾ ਲੈਵਲ ਹੈ ਉਹ 24 ਫੁੱਟ 1 ਇੰਚ ਆ ਰਿਹਾ ਹੈ। ਆਪਾਂ ਇਹਦੇ ਵਿੱਚ ਨਾ ਇਹ ਐਡ ਕਰਾਂਗੇ ਹੋਰ से 3 इंच ਹੋਰ ਕਿਉਂਕਿ ਇਹਦੇ ਵਿੱਚ ਮਡ ਫਸਕਾ ਵਗੈਰਾ ਟੈਰਸਿੰਗ ਹੋਣੀ ਹੈ ਸਾਰੀ। ਸੋ ਆਪਾਂ ਇਹ ਲੈਵਲ ਫਿਨਿਸ਼ ਰੱਖ ਲਾਂਗੇ। ਸੋ ਇਹ ਸਾਡਾ 24 ਫੁੱਟ 4 ਇੰਚ ਦੇ ਲਾਗੇ ਛਾਗੇ ਆ ਰਿਹਾ। ਸੋ ਆਪਾਂ ਇਹਦਾ ਲੈਵਲ ਜਿਹੜਾ ਹੈ 24 ਫੀਟ 4 ਇੰਚਸ ਕਰ ਦਾਂਗੇ। ठीक है, ये ਤੁਸੀਂ डिस्कस कर सकते हो कि की ਲੈਵਲਸ ਰੱਖਣੇ ਨੇ ਆਪਾਂ। सो इस तरीके ਨਾਲ ਆ ਗਿਆ। ਦੈਨ ਆਪਾਂ ਇਹਦੀ ਨੰਬਰਿੰਗ ਵੀ ਚੇਂਜ ਹੋਏਗੀ ਸਾਡੀ क्योंकि जे नीचे आइए तो 25 26 27 28 29 30 31 32 और 8.5 फीट है शायद इतने कितने जाके खत्म हो जाएगी। सो मे बी 32 या 33 स्टैप्स ही होंगे, ठीक है। सो इस केस ਦੇ ਵਿੱਚ ਕੀ ਹੋਏਗਾ, ਇਹ ਸਾਡੇ ਸਾਰੇ ਜਿਹੜੇ ਨੰਬਰਸ ਹੈ ਇਹ ਚੇਂਜ ਹੋ ਜਾਣਗੇ।
सो इस तरीके नाल तुहाडा ये चीज़ बन जाएगी कि स्टेयरकेस में भी 32वें स्टेप पे आके खत्म हो जाए। ठीक है, ये सिर्फ मैं क्योंकि 8.5 फीट हाइट रखी हुई है तो ये नंबर ऑफ स्टेप साढ़े चेंज हो जाएंगे इतने आके। ठीक है, और आप इसमें डाउन कर देंगे इस तरीके नाल। ठीक है, इतने डाउन लिखना ਹੁਣ क्योंकि उस तो ऊपर स्टेयरकेस नहीं जा रही, ਹੁਣ नंबरिंग सिर्फ एक पासे रह रही है और कंटिन्यूटी वाला कोई चक्कर नहीं है इस केस में। ठीक है, क्योंकि स्टेयरकेस सिर्फ वन साइड जा रही है। ठीक है, तो इस तरीके नाल ਆਪਾਂ इस चीज़ ਨੂੰ ध्यान रखना है। और बाकी सारे ਜਿਹੜੇ ਲਾਈਨਸ ਹੈਗੀਆਂ ਤੁਹਾਡੀਆਂ ਇਹਦੇ ਲਈ ਅਲੱਗ ਤੁਹਾਨੂੰ ਸਾਰੀ ਉਹ ਲੇਅਰਸ ਚੇਂਜ ਕਰਨੀ ਪੈਣੀ ਹੈ, ਕਿਉਂਕਿ ਹੁਣ ਇਹ ਸਾਰੇ ਸੈਕਸ਼ਨ ਦੇ ਵਿੱਚ ਲਾਈਨਸ ਨਹੀਂ ਹੈਗੀਆਂ। ਠੀਕ ਹੈ, ਸੋ ਇਹਦੇ ਲਈ ਕੋਈ ਵੀ ਟੈਰੇਸ ਦੀ ਇੱਕ ਲੇਅਰ ਬਣਾ ਲਓ, ਜਿਹੜਾ ਟੈਰੇਸ ਦਾ ਪੈਰਾਪਿਟ ਹੈ ਉਹਦੀ ਲਾਈਨ ਬਣ ਕੇ ਆ ਜਾਏਗੀ ਸਾਰੀ। ਠੀਕ ਹੈ, ਕਾਲਮ ਸਿਰਫ ਸਾਡੇ ਜੇ ਕੋਈ स्टेयरकेस जा रहा है या ममटी जा रहा है वही रहेगा, बाकी कोई कॉलम नहीं रहेगा। सो इस तरीके ਨਾਲ ममटी का भी एक प्लान बना लेना ਆਪਾਂ। ਦੈਨ ਅਸੀਂ ਗੱਲ ਕਰ ਰਹੇ ਸੀ ਸੈਕਸ਼ਨ ਦੀ। ਸੋ ਸੈਕਸ਼ਨਸ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ ਹੈ, ਆਪਾਂ ਨੂੰ ਉਹ ਸੈਕਸ਼ਨ ਲਾਈਨ ਤੱਕ ਜਾਂ ਤਾਂ ਇਹਨੂੰ ਤੁਸੀਂ ट्रिम कर लो इस लाइन के उत्ते सारा कुछ। ठीक है, इस तरीके ਨਾਲ ट्रिम कर सकते सारा कुछ ताकि आप सैक्शन लाइन तक जा सकिए कि की सैक्शन कट हो रहा। ठीक है, और दूसरा एक थोड़ा सिंपल तरीका है ਉਹਦੇ ਵਿੱਚ ਆਪਾਂ ਕੀ ਕਰਾਂਗੇ, ਆਪਾਂ ਵਾਈਪ ਆਊਟ ਕਮਾਂਡ ਇੱਕ ਪੜ੍ਹੀ ਸੀਗੀ ਉਹਨੂੰ ਆਪਾਂ ਯੂਜ਼ ਕਰਾਂਗੇ। ਠੀਕ ਹੈ, ਸੋ ਆਪਾਂ ਕੀ ਕਰਾਂਗੇ ਇੱਕ ਰੈਕਟੈਂਗਲ ਬਣਾ ਲਾਂਗੇ और देन ਆਪਾਂ ਇੱਕ ਵਾਈਪ ਆਊਟ ਕਮਾਂਡ ਜਿਹੜੀ ਯੂਜ਼ ਕਰ ਰਹੇ ਸੀ, ਵਾਈਪ ਆਊਟ, ਇਹ ਤੇ क्लिक करके आप पी एंटर पॉलीलाइन सिलेक्ट करके इस तरीके ਨਾਲ कर ਲਾਂਗੇ। ਉਸ ਨਾਲ ਕੀ ਹੋ ਜਾਏਗਾ, ਸਾਡਾ ਉਹ ਲਾਈਨ ਜੋ ਵੀ ਸਾਡੀ ਸੈਕਸ਼ਨ ਲਾਈਨ ਸੀ ਉਸ ਤੋਂ ਨੀਚੇ ਵਾਲਾ ਚੀਜ਼ ਹੈ ਉਹ ਹਾਈਡ ਹੋ ਜਾਏਗੀ। ਸੋ ਆਪਾਂ ਇਸ ਤਰੀਕੇ ਨਾਲ ਵੀ ਸੈਕਸ਼ਨ ਲਾਈਨ ਸਾਰਾ ਕੁਝ ਸੈੱਟ ਕਰ ਸਕਦੇ ਹਾਂ। ਦੈਨ ਅਸੀਂ ਐਕਸਲ ਕਮਾਂਡ ਜਿਹੜੀ ਹੈ ਐਕਸ ਲਾਈਨ ਦੇ ਨਾਲ ਵਾਲੀ, ਉਹਦੇ ਨਾਲ ਵਰਟੀਕਲ ਲਾਈਨਸ ਲਗਾਵਾਂਗੇ ਆਪਾਂ ਕੀ ਕੱਟ ਹੋ ਰਿਹਾ ਹੈ। दीवार कट हो रही है, पहले आप दीवार लगा देंगे सारिया। ठीक है, ये 3 दीवार आ गई साड़ियाँ। दैन असी देखना है कि दीवार कितने तक जा रही हैं। नीचे तो फाउंडेशन चलो सारे जाएगी, सो आप एक ट्रिम कर देंगे। दैन ऊपर आके देखेंगे ग्राउंड फ्लोर च ये सारा कुछ आ रहा है, फर्स्ट फ्लोर की सीन है, पर फर्स्ट फ्लोर भी ये दीवार जा रही है कि नहीं जा रही। जे जा रही है तो ये ऊपर कंटिन्यू होएगी, अदरवाइज मान लो जी आप टैरिस इस तरीके ना शो करते हैं कि मेरा आ टैरिस है सारा, मतलब आ सारा टैरिस है, मतलब आ दीवार ऊपर तक आएगी। जे मैं मान लो इस तरीके ने शो कर रहे हैं, इसका मतलब है कि ये सारा कटआउट है और ये दीवार सानू कन्फर्म देखनी पैनी है कि साडे डिजाइन च ऊपर लैके जाना कि नहीं लैके जाना। ठीक है, ये सिर्फ एक पैरापिट ही हो सकती है जे इधर कोई स्लैब नहीं हैगी ऊपर आके। ठीक है, तो दोनों केसेस आप देख लेंगे कि दीवार ये वाली ऊपर जा रही है नहीं जा रही। तो फिलहाल आप मानते कि सारिया दीवार ऊपर तक जा रही हैं, आप किसी लेवल तक सिंपल ट्रिम कर लेंगे फिलहाल। और दैन असी की करांगे स्लैब्स एंटर करांगे ਇਹਦੇ ਵਿੱਚ। ठीक है, ग्राउंड फ्लोर का लेवल ये आ गया, फिनिश्ड फ्लोर लेवल। ठीक है, और ਜਿਹੜਾ स्लैब का लेवल है वो ये आ जाएगा। स्लैब ਜਿਹੜੀ है वो दीवारां ਦੇ ਵਿੱਚ अंदर जाके सपोर्ट लेगी। ठीक है, ਆਪਾਂ फिर और ये स्लैब आप देख लेना कि कितने इंच की रखनी है। मान लो आप 4.5 इंच की रखनी है, सो इस तरीके ना स्लैब लेवल आएगी। ठीक है, और उस तो बाद आप दीवार ट्रिम कर देंगे क्योंकि जी दीवार है वो कंटिन्यू नहीं होंगी, स्लैब कंटिन्यू होंगी है।
ਦੈਨ ਅਸੀਂ ਇਹਨੂੰ ਜੋ ਵੀ ਸਾਡਾ ਇੱਕ ਲੇਅਰ ਹੈਗੀ ਹੈ ਕਾਲਮਸ ਵਾਲੀ ਜਾਂ ਸਲੈਬ ਦੀ ਅਲੱਗ ਬਣਾ ਕੇ ਆਪਾਂ ਉਹਦੇ ਵਿੱਚ ਐਡ ਕਰ ਦਾਂਗੇ। ਠੀਕ ਹੈ, ਸੋ ਇਸ ਤਰੀਕੇ ਨਾਲ ਸਾਡੇ ਕੋਲ ਗਰਾਊਂਡ ਫਲੋਰ ਦੀ ਸਲੈਬ ਆ ਗਈ। ਸਿਮਿਲਰਲੀ ਆਪਾਂ ਫਸਟ ਫਲੋਰ ਦੀ ਸਲੈਬ ਇਸੇ ਨੂੰ ਕਾਪੀ ਕਰ ਲੈਂਦੇ ਹਾਂ। ਇਸ ਤਰੀਕੇ ਨਾਲ ਸਾਡੇ ਕੋਲ ਫਸਟ ਫਲੋਰ ਦੀ ਸਲੈਬ ਆ ਗਈ। ਠੀਕ ਹੈ, ਹੁਣ ਇੱਥੇ ਧਿਆਨ ਨਾਲ ਦੇਖੀਏ ਕਿ ਫਸਟ ਫਲੋਰ ਤੇ ਆ ਕੇ ਸਾਡੇ ਕੋਲ ਇੱਥੇ ਸਲੈਬ ਹੈਗੀ ਹੈ। ਠੀਕ ਹੈ, ਉਸ ਤੋਂ ਉੱਪਰ ਸਾਡੇ ਕੋਲ ਸਲੈਬ ਨਹੀਂ ਹੈਗੀ। ਸੋ ਇਸ ਦਾ ਮਤਲਬ ਜਿਹੜਾ ਉਸ ਤੋਂ ਉੱਪਰਲਾ ਫਲੋਰ ਹੈ ਉੱਥੇ ਸਾਡੇ ਕੋਲ ਇਹ ਜਿਹੜੀ ਦੀਵਾਰ ਹੈ ਉਹ ਇੱਥੇ ਕਿਤੇ ਰਹਿ ਜਾਏਗੀ, ਮੇਰੇ ਕੋਲ ਪੈਰਾਪੀਟ ਹੀ ਰਹਿ ਜਾਏਗਾ। ਮੰਨ ਲਓ ਪੈਰਾਪੀਟ ਦੀ ਹਾਈਟ ਮੈਂ ਸੇ 3.5 ਫੁੱਟ ਰੱਖਦਾ, इस लेवल पे ये पैरापिट बन जाएगा। और ये वाली दीवार तो ऊपर आएगी नहीं क्योंकि पैरापिट के विच जे ये स्लैब कंटिन्यू पाई हुई है, दैन ये विच वाली पैरापिट नहीं आएगी और एक ये पैरापिट आ गया। ਇਹਦੇ ਵਿੱਚ ਟੈਰੇਸ ਦਾ ਲੈਵਲ ਕੁਝ ਨਹੀਂ ਨਿਕਲ ਕੇ ਆਏਗਾ ਕਿਉਂਕਿ ਆਪਾਂ ਸੈਕਸ਼ਨ ਕੱਟ ਕੇ ਇਸ ਪਾਸੇ ਦੇਖ ਰਹੇ ਹਾਂ। ਸੋ ਸਾਡੇ ਕੋਲ ਜਿਹੜਾ ਟੈਰੇਸ ਹੈ ਉਹਦਾ ਕੁਝ ਨਹੀਂ ਆਏਗਾ ਇਹਦੇ ਵਿੱਚ। ਸੌਰੀ, ਮਮਟੀ ਦਾ ਕੋਈ ਲੈਵਲ ਨਹੀਂ ਯੂਜ਼ ਹੋਏਗਾ। ਸੋ ਇਹ ਇੱਕ ਟਿਪੀਕਲ ਸੈਕਸ਼ਨ ਆਪਾਂ ਡਰਾ ਕੀਤਾ। ਉਸ ਤੋਂ ਬਾਅਦ ਆਪਾਂ ਕੁਝ ਇਸ ਤਰੀਕੇ ਨਾਲ ਕਰਕੇ ਆਪਾਂ ਜਿਹੜੇ ਵੀ ਸੈਕਸ਼ਨਸ ਆਪਾਂ ਡਰਾ ਕੀਤੇ ਸੀਗੇ जो भी साडा सैक्शन का लैवल सीगा आपां उहनूं यूज़ करांगे। ठीक है, आपां दीवार का सैक्शन इस तरीके नाल यूज़ कीता सीगा कि कुछ इस तरीके का बनेगा और उहदे विच आ डीपीसी लैवल सीगा। सो सैक्शन जिहड़ा साडा कुछ इस तरीके नाल इत्थे आपां, क्योंकि डीपीसी लैवल मेरा इस लैवल ते ही आएगा, सो ये सैक्शन साडा इस तरीके नाल हो सकता है। कहने का मतलब है जो भी आपां ट्रेंच प्लान लई सैक्शन यूज़ कीता सीगा ਉਹਨੂੰ ਹੀ ਆਪਾਂ ਹੁਣ ਸੈਕਸ਼ਨ ਦੇ ਵਿੱਚ ਯੂਜ਼ ਕਰਾਂਗੇ। ਆਪਾਂ ਕੋਈ ਅਲੱਗ ਦੁਬਾਰਾ ਸੈਕਸ਼ਨ ਨਹੀਂ ਬਣਾਵਾਂਗੇ। ਠੀਕ ਹੈ, और ये दीवारों का क्रॉस सैक्शन है, फाउंडेशन सैक्शन है, तो आप दीवारों के नीचे लगाएंगे। ठीक है, सो इस तरीके एक टिपिकल सैक्शन तैयार होता है जिहदे तुहाडे कोल स्लैब्स और दीवारों का क्लैरिटी निकल के आती है। ठीक है, और थोड़ा जिहा ध्यान नाल देखिए, इत्थे एक साडे कोल कट आउट है। ठीक है, सो आप इनू भी जे इहदे विच पाना होवे ते दैन इस लैवल तो लैके इस लैवल तक कट आउट हैगा। फिर आप की करेंगे, इसका मतलब स्लैब जी है वो मेरी इतों तो लैके इतने तक डिसकॉन्टीन्यू है। तो मैं स्लैब ट्रिम कर दूँगा। ठीक है, इतने मेरा कोई भी बीम या कोई भी डिटेल हो सकती है। सो मैं वो डिटेल के हिसाब नाल मान लो कुछ इस तरीके की मेरी डिटेल हैगी है, वो मैं इत्थे लगा दूँगा। सो की होया मेरा जो कट आउट आ गया इतने। ठीक है, यही गल कर रहे थे कि ग्राउंड फ्लोर के विच ऊपर आके कट आउट है इतने इस जगह पर। ठीक है, सो वो चीज़ आप रिफ्लैक्ट कर ली। ध्यान नाल दोबारा देखिए ग्राउंड फ्लोर प्लान एक बारी। सो की हो रहा सी इस सैक्शन लाइन दे विच इस लाइन ते आके साडे कोल ऊपर आके कट आउट निकल के आंदा है। ठीक है, सो आपां इहनूं रिप्रेजेंट कीता है इहदे विच सैक्शन दे विच। सो ये साडा सैक्शन एक कंप्लीट हुंदा है। हुण इस तो बाद साडे कोल क्लैरिटी नहीं है कि ऊपर दीवार आएगी, ऊपर स्लैब आएगी या नहीं आएगी। जे टैरेस ओपन हुंदा ते स्लैब इत्थे रह जानी सी, जो भी है छज्जा जिन्ना भी आपां मान लो 2 फीट छज्जा लैके आंदे ना। ठीक है, इस तरीके नाल भी हो सकती, कट आउट भी हो सकता सीगा, या इहनूं आपां स्लैब भी कर सकते हैं। हुण साडा भी जो भी डिज़ाइन है उस हिसाब नाल। आई होप कि तुहानूं एक सैक्शन का बेसिक इहदे विच क्लीयर हो गया। सो
ਇਹਨੂੰ ਤੁਸੀਂ ਕੰਟੀਨਿਊ ਕਰੋ, ਆਪਾਂ ਸੈਕਸ਼ਨ ਜਿਹੜੇ ਆ ਜੋ ਵੀ ਟਿਪੀਕਲ ਸੈਕਸ਼ਨਸ ਆ ਉਹ ਡਰਾਅ ਕਰੀਏ।